ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਕਈ ਸੰਗਤਾਂ ਇਹ ਸ਼ਿਕਾਇਤ ਕਰਦੀਆਂ ਹਨ ਕਿ ਅਸੀਂ ਜਦੋਂ ਗੁਰਬਾਣੀ ਨੂੰ ਧਿਆਨ ਨਾਲ ਸੁਣਦੇ ਹਾਂ ਉਸ ਵਿੱਚ ਸਵਾਸ ਸਿਮਰਨ ਕਰਨ ਦਾ ਹੁਕਮ ਆਉਂਦਾ ਹੈ। ਇਸੇ ਤਰ੍ਹਾਂ ਜਦੋਂ ਮਹਾਂਪੁਰਖਾਂ ਦੇ ਲੇਖ ਸੁਣਦੇ ਹਾਂ ਉਸ ਵਿੱਚ ਵੀ ਅਟੁੱਟ ਸਿਮਰਨ ਕਰਨ ਦੀ ਗੱਲ ਕੀਤੀ ਜਾਂਦੀ ਹੈ। ਪਰ ਦੂਜੀ ਗੱਲ ਇਹ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੰਤਰ ਆਤਮੇ ਤੋਂ ਗੁਰੂ ਮੰਨਦੇ ਹਾਂ ਅਤੇ ਤਹਿ ਦਿਲੋਂ ਮਹਾਂਪੁਰਖਾਂ ਦਾ ਵੀ ਸਤਿਕਾਰ ਕਰਦੇ ਹਾਂ। ਫਿਰ ਕਿਉਂ ਉਹਨਾਂ ਦੇ ਬਚਨ ਕਮਾਏ ਨਹੀਂ ਜਾਂਦੇ? ਇਹ ਅਟੁੱਟ ਸਿਮਰਨ ਕਿਉਂ ਨਹੀਂ ਹੁੰਦਾ ਜਦ ਕਿ ਦੋਨਾਂ ਦਾ ਸਤਿਕਾਰ ਵੀ ਕਰਦੇ ਹਾਂ? ਇਸ ਦਾ ਕਾਰਨ ਇਹ ਹੈ ਕਿ ਅਸੀਂ ਆਪਣੀ ਮਨ ਦੀ ਰੰਗਤ ਨੂੰ ਮਲੀਨ ਰੱਖਿਆ ਹੋਇਆ ਹੈ। ਕਿਉਂਕਿ ਜੇ ਮਨ ਦੀ ਰੰਗਤ ਨਿਰਮਲ ਰੱਖਾਂਗੇ ਫਿਰ ਰੁਚੀ ਨਾਮ ਵੱਲ ਹੋਵੇਗੀ, ਇਹ ਉਪਦੇਸ਼ ਕਮਾਇਆ ਜਾਏਗਾ। ਅਤੇ ਜਦੋਂ ਮਨ ਦੀ ਰੁਚੀ ਨੂੰ, ਮਨ ਦੀ ਰੰਗਤ ਨੂੰ ਮਲੀਨ ਬਣਾਉਂਦੇ ਹਾਂ ਫਿਰ ਸਾਧ ਸੰਗਤ ਤੋਂ ਬਾਹਰ ਤਾਂ ਕੀ, ਸਾਧ ਸੰਗਤ ਦੇ ਔਰੇ ਵਿੱਚ ਵੀ ਅਟੁੱਟ ਸਿਮਰਨ ਨਹੀਂ ਕਰ ਸਕਾਂਗੇ। ਸੋ ਮਨ ਦੀ ਰੰਗਤ ਨੂੰ ਨਿਰਮਲ ਕਿਵੇਂ ਬਣਾਇਆ ਜਾਂਦਾ ਹੈ? ਕਿਹੜੀ ਗੱਲ ਮਨ ਦੀ ਨਿਰਮਲਤਾਈ ਨੂੰ ਬਰਕਰਾਰ ਰੱਖਣ ਵਿੱਚ ਰੁਕਾਵਟ ਪਾਉਂਦੀ ਹੈ? ਉਸ ਰੁਕਾਵਟ ਨੂੰ ਕਿਵੇਂ ਦੂਰ ਕੀਤਾ ਜਾਂਦਾ ਹੈ? ਇਹਨਾਂ ਵਿਚਾਰਾਂ 'ਤੇ ਆਧਾਰਿਤ ਅੱਜ ਦਾ ਗੁਰਬਾਣੀ ਵਿਚਾਰ ਦਾ ਲੇਖ ਹੈ। ਪਰ ਇਹਨਾਂ ਵਿਚਾਰਾਂ ਤੋਂ ਪਹਿਲੇ ਇਸ ਲੇਖ ਵਿੱਚ ਸਾਡੀ ਹਾਲਤ ਦਰਸਾਈ ਗਈ ਹੈ। ਵਿਸ਼ਾ ਹੈ ਪਾਪ ਪੁੰਨ। ਆਓ ਪਿਆਰ ਨਾਲ ਸਰਵਣ ਕਰੀਏ। ਸਾਡੀ ਬੁੱਧੀ ਇਤਨੀ ਮਲੀਨ ਹੋ ਚੁੱਕੀ ਹੈ ਕਿ ਇਤਨੇ ਪਾਠ, ਕਥਾ, ਕੀਰਤਨ ਕਰਦਿਆਂ ਅਤੇ ਸੁਣਦਿਆਂ ਹੋਇਆਂ ਵੀ ਸਾਡੇ ਮਨ ਉੱਤੇ ਕੋਈ ਅਸਰ ਨਹੀਂ ਆਉਂਦਾ ਅਤੇ ਨਾ ਹੀ ਕੋਈ ਗੁਰਬਾਣੀ ਦੀ ਚੋਟ ਲੱਗਦੀ ਹੈ ਅਤੇ ਉਸੇ ਤਰ੍ਹਾਂ ਮਾਇਆ ਦੀ ਗੂੜੀ ਨੀਂਦ ਵਿੱਚ ਕੂਕ ਸੁੱਤੇ ਪਏ ਹਾਂ। ਜੇ ਕਦੇ ਮਾੜਾ ਮੋਟਾ ਮਾਨਸਿਕ ਹਲੋਰਾ ਜਾਂ ਵੈਰਾਗ ਆਉਂਦਾ ਵੀ ਹੈ ਤਾਂ ਉਹ ਹਲੋਰਾ ਵੀ ਸਾਡੇ ਮਨ ਵਿੱਚ ਜੰਮੀ ਹੋਈ ਗਿਲਾਨੀ ਦੀ ਹਵਾੜ ਨਾਲ ਛੇਤੀ ਉੱਡ ਪੁੱਡ ਜਾਂਦਾ ਹੈ ਅਤੇ ਅਸੀਂ ਉਹੀ ਅਣਭਿੱਜ ਪੱਥਰ ਦੇ ਪੱਥਰ ਬਣੇ ਰਹਿੰਦੇ ਹਾਂ। ਹਾਂਜੀ, ਜੇ ਕਦੇ ਪੜ੍ਹ ਸੁਣ ਕੇ ਮਾੜਾ ਮੋਟਾ ਹਲੋਰਾ ਜਾਂ ਵੈਰਾਗ ਆਇਆ, ਅੰਦਰ ਤਾਂ ਮਲੀਨਤਾ ਜੰਮੀ ਪਈ ਹੈ ਅਤੇ ਜਦੋਂ ਉਸ ਦੀ ਹਵਾੜ ਨਿਕਲਦੀ ਹੈ ਇਹ ਬਾਹਰਲਾ ਵੈਰਾਗ ਉੱਡ ਪੁੱਡ ਜਾਂਦਾ ਹੈ ਅਤੇ ਅਸੀਂ ਉਹੀ ਅਣਭਿੱਜ ਪੱਥਰ ਦੇ ਪੱਥਰ ਹੀ ਬਣੇ ਰਹਿੰਦੇ ਹਾਂ ਅਤੇ ਉਸੇ ਪੁਰਾਣੇ ਮਨ ਦੇ ਸੁਭਾਅ ਦੀ ਪ੍ਰਣਾਲੀ ਵਿੱਚ ਰੁੜਦੇ ਜਾਂਦੇ ਹਾਂ। ਗੁਰਬਾਣੀ ਨੇ ਸਾਡੀ ਇਸ ਹਾਲਤ ਉੱਤੇ ਬੜਾ ਕਟਾਖਮਈ ਤਾਨਾ ਮਾਰਿਆ ਹੈ। ਮਨਮੁਖ ਲੋਕ ਸਮਝਾਈਐ, ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੈ, ਪਈਐ ਕਿਰਤ ਫਿਰਾਏ। ਮਨ ਮੂਰਖ ਅਜਹੂ ਨ ਸਮਝਤ, ਸਿੱਖ ਦੇ ਹਾਰਿਓ ਨੀਤ। ਸਿੱਖ ਦੇ ਹਾਰਿਓ ਨੀਤ। ਇਸ ਤਰ੍ਹਾਂ ਅਸੀਂ ਆਪਣੀ ਹੀ ਘੜੀ ਹੋਈ ਪਾਪਾਂ ਦੀ ਜੇਵੜੀ ਨਾਲ ਕਰਮਬੱਧ ਹੋ ਕੇ ਤ੍ਰੈਗੁਣੀ ਮਾਇਕੀ ਘੁੰਮਣ ਘੇਰੀ ਵਿੱਚ ਗੋਤੇ ਖਾ ਰਹੇ ਹਾਂ ਅਤੇ ਘੋਰ ਨਰਕ ਭੋਗ ਰਹੇ ਹਾਂ। ਬੱਚਿਆਂ ਨੂੰ ਮਾਂ-ਬਾਪ ਪਹਿਲਾਂ ਪਿਆਰ ਨਾਲ ਸਮਝਾਉਂਦੇ ਹਨ, ਫਿਰ ਘੂਰਦੇ ਅਤੇ ਤਾੜਨਾ ਕਰਦੇ ਹਨ। ਪਰ ਜੇ ਬੱਚਾ ਫਿਰ ਵੀ ਨਾ ਸੁਧਰੇ ਤਾਂ ਸਖਤ ਸਜ਼ਾ ਦਿੱਤੀ ਜਾਂਦੀ ਹੈ। ਕੋਟ ਬਿਗਨ ਤਿਸ ਲਾਗ ਤੇ, ਜਿਸ ਨੂੰ ਵਿਸਰੈ ਨਾ। ਹਾਂਜੀ, ਇੱਕ ਤਰ੍ਹਾਂ ਦਾ ਵਿਗਨ ਨਹੀਂ ਪੈਂਦਾ। ਫਿਰ ਕੋਟ ਬਿਗਨ ਤਿਸ ਲਾਗ ਤੇ, ਜਿਸ ਨੂੰ ਵਿਸਰੈ ਨਾਉ। ਨਾਨਕ ਅੰਦਿਨ ਬਿਲਪ ਤੇ, ਜਿਉ ਸੁੰਜੈ ਕਰ ਗਾਉ। ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੈ ਹੋਰ। ਨਾਨਕ ਜੰਪੁਰ ਬੱਧੈ ਮਾਰੀਐ, ਜਿਉ ਸੰਨੀ ਉੱਪਰ ਚੋਰ। ਫਰੀਦਾ ਤਿੰਨਾ ਮੁਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਉ। ਐਥੇ ਦੁੱਖ ਕਣੇਰਿਆਂ, ਅੱਗੇ ਠੌਰ ਨ ਠਾਉ। ਹਾਂਜੀ, ਫਰੀਦਾ ਤਿੰਨਾ ਮੁਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਉ। ਐਥੇ ਦੁੱਖ ਕਣੇਰਿਆਂ, ਅੱਗੇ ਠੌਰ ਨਾ ਠਾਉ। ਸੋ ਜਦ ਸਾਡੇ ਪਾਪਾਂ ਦੀ ਅੱਤ ਹੋ ਜਾਂਦੀ ਹੈ ਤਾਂ ਇਲਾਹੀ ਹੁਕਮ ਅਨੁਸਾਰ ਜਮਾਂ ਦਾ ਠੇਂਗਾ ਲੱਗਦਾ ਹੈ ਤਾਂ ਅਸੀਂ ਮਾਇਕੀ ਨੀਂਦਰ ਤੋਂ ਜਾਗ ਕੇ ਹੇ ਰਾਮ ਆਖਦੇ ਹਾਂ ਅਤੇ ਕੰਨਾਂ ਨੂੰ ਹੱਥ ਲਾ ਕੇ ਤੋਬਾ ਕਰਦੇ ਹਾਂ। ਜਿਵੇਂ ਮਾਂ ਬਾਪ ਬੱਚੇ ਨੂੰ ਸਮਝਾਉਂਦੇ ਹਨ, ਤਾੜਨਾ ਕਰਦੇ ਹਨ, ਉਸ ਦੇ ਬਾਵਜੂਦ ਨਾ ਸਮਝੇ ਤਾਂ ਸਖਤ ਸਜ਼ਾ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਪਾਪ ਕਰਦਿਆਂ ਕਰਦਿਆਂ ਜਦੋਂ ਸਾਡੇ ਪਾਪਾਂ ਦੀ ਅੱਤ ਹੋ ਜਾਂਦੀ ਹੈ
उस वेले रब्बी हुक्म अनुसार सानू जमा दा ठेंगा लगदा है। उस वेले असी मायकी नींदर तो जाग के हे राम आखदे हां ते कन्नां नूं हथ ला के तोबा करदे हां। गुरबाणी इस गल दी गवाही भरदी है, दुख लागे राम नाम चितारी, रोग ग्रस्त चितारे नाम, साकत जम की कान न चूके, जम का दंड न कबहू मुके। मनमुख अंधा अंध कमाए, बहु संकट जोनी परमाए, जम का जेवड़ा कदे न काटे, अंते बहु दुख पाया। कबीर, जम का ठेंगा बुरा है, ओ नहीं सया जाए। पापी कर्म कमाव दे, कर दे हाय हाय, नानक ज्यों मत्थन मधाणियां त्यों मत्थे धर्म राए। इस तरह साडे जीवन विच मोड़ आउंदा है। पाप जदों ज्यादा कर ले, उस दे नतीजे वजों जदों दुख या बीमारी मिलदी है, फिर साडे जीवन विच मोड़ आउंदा है। तां असी सत्संगत द्वारा आत्मिक जीवन सेध लैके पाठ पूजा कर्म धर्म आदि साधना करना शुरू कर देंदे हां। ते जदों दुख टल जाए, छेती ये सारी कहानी फिर भुल जाते हैं अते फिर उसे जन्मा जन्मा दी कसी हुई पुरानी प्रणाली विच वहन लग जाते हैं। जदों दुख आया, थोड़े दिन लई सत्संगत कीता, आत्मिक जीवन वाल सेध बनाई, ते जदों दुख टल गया फिर वही पुरानी हालत। सो अकाल पुरख ने अपनी प्यारी अंश जीव नूं इस मायकी मोह माया दे अथाह बिखम सोक सागर ते अंध गहेरा संसार तो बचावन ते कढ़ण लई अपने दयालु बिरद अनुसार समय समय सिर गुरु अवतार महापुरख जग विच पठाए। उन्होंने अपनिया जीवनियां ते अपने बाणियां राही सच्ची सुची आत्मक सेध दे के सानू इस मायकी पापां दी गिलानी तो बचण ते निकलण लई उपदेश दिते। गुरु बाबे ने भी सानू पापां दी गिलानी तो बचण ते निकलण लई सौखे ते सोहणे उपदेश दिते हैं। हर हर नाम जपो मन मेरे, जित सिमरत सब किल विख पाप लहाती। साधु संग तरी जय सागर, कटिए जम की फासा जियो। सिमरो सिमर सिमर सुख पावो, कल कलेश तन माहे मिटावो। कोट अपराध साध संग मिटे, संत कृपाते जमते छूटे। कोट पराध मिटे खिन पीतर, जां गुरमुख नाम समारे। प्रभ चित आवे तां कैसी पीड़, हर सेवक नाही जम पीड़। अवर उपाव सब त्याग गया, दारू नाम लया। ताप पाप सब मिटे रोग, शीतल मन पया। सास गिरास सदा मन वसै, जम जोह न सकै तिस। मेरे मन नाम नित नित लेहे, जलत नाही अगन सागर सूख मन तन देहे। जिस मन वसै पार ब्रह्म, निकट न आवे पीर। भुख तिख तिस न व्यापई, जम नहीं आवे नीर। सो साडा मन बड़ा चंचल अते लाई लग है। जिन्नी लाई गली उसे नाल उठ चली। उदी कहावत अनुसार साडा मन बहुत छेती बाहरला असर ग्रहण करके ताता सीरा हो जाता है। असी जन्मां जन्मांतरां तो बेअंत बाहरले असर ग्रहण करते आए हाँ, ते उन्हां ख्यालां नूं दोहरा के जां घोट के अपने अंतशकरण दे स्टोर विच जमा कीता होया है। ते जदों कोई बाहरली उकसाहट मिलती है तां अंतशकरण दियां डूंगियां तहां विचों पुरानी मानसिक गिलानी दी हवाड़ उभर आउंदी है, ते असी उस मानसिक रंगत दे असर हेठ बेबस कर्मबद्ध होके अनेकां किस्म दियां नीवियां रुचियां दे शिकार हो जाते हाँ, ते जाणदे बुझदे होए भैड़े कर्म जां पाप कमाउंदे हाँ। क्योंकि रंगत इतनी तस गई अंतशकरण विच, साडे वस तो बाहर हो गई। जदों कोई उकसाहट मिली, असी जानते हैं काम गलत है, नहीं करना चाहिए, जान बुझ के उस विच गलतान हो जाते हैं कर्मबद्ध होके। जान बूझ के बाव रहते काज बिगारे हो, पाप करत सुखच्यो नहीं न गर्भ निवारे हो। फिर फाई फासे कौआ, फिर पछताना अब क्या हुआ। कबीर मन जाने सब बात, जानत ही अवगुण करे। काहे की कुसलात हाथ दीप कुएं परे।
इस तरह साडे मन दे नीवें ख्यालां, नीवियां रुचियां, मलीन रंगत, ये मानसिक गिलानी, भैड़े कर्मां ते पापां लई असी आप ही जिम्मेवार हां, क्योंकि आप ही अंदर तसाए ਅਤੇ ਇਹਨਾਂ ਦਾ ਨਤੀਜਾ ਵੀ ਸਾਡੇ ਜੀਵ ਨੂੰ ਹੀ ਭੁਗਤਣਾ ਪੈਂਦਾ ਹੈ। ਸਾਡੇ ਨੀਵੇਂ ਖਿਆਲ ਜਾਂ ਰੁਚੀਆਂ ਦਾ ਕਾਰਨ ਸਾਡੀ ਸੰਗਤ ਹੀ ਹੈ। ਸੋ ਸੰਗਤ ਸਿਰਫ ਇਨਸਾਨਾਂ ਦੀ ਨਹੀਂ ਹੁੰਦੀ, ਬਲਕਿ ਕਿਤਾਬਾਂ, ਖਿਆਲਾਂ ਜਾਂ ਯਾਦਾਂ ਦੀ ਵੀ ਸੰਗਤ ਹੁੰਦੀ ਹੈ। ਬੰਦਿਆਂ ਦੀ ਸੰਗਤ ਤੋਂ ਤਾਂ ਲਿਪਤ ਰਹਿ ਸਕਦੇ ਹਾਂ, ਪਰ ਸਾਡੇ ਅੰਤਸ਼ਕਰਣ ਦੀਆਂ ਤਹਿਾਂ ਵਿਚਲੀ ਹਵਾੜ ਤੋਂ ਬਚਿਆ ਨਹੀਂ ਜਾ ਸਕਦਾ। ਉਹ ਤਾਂ ਆਪੇ ਸਹਿਜ ਸੁਭਾਏ ਅੰਦਰੋਂ ਹੀ ਉਭਰਦੀ ਹੈ ਤੇ ਸਾਡੀਆਂ ਰੁਚੀਆਂ ਨੂੰ ਗੰਧਿਆ ਕਰਦੀ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਇਸੇ ਲਈ ਸਾਨੂੰ ਗੁਰੂ ਬਾਬੇ ਨੇ ਗੁਰਬਾਣੀ ਦੁਆਰਾ ਉੱਚੀ ਸੁੱਚੀ ਸਾਧ ਸੰਗਤ ਕਰਨ ਦੀ ਤਾਕੀਦ ਕੀਤੀ ਹੈ, ਕਿਉਂਕਿ ਸੰਗਤ ਦਾ ਅਸਰ ਮਨ ਤੇ ਪੈਂਦਾ ਹੈ। ਇਸ ਲਈ ਸਾਨੂੰ ਉੱਚੀ ਸੁੱਚੀ ਸਾਧ ਸੰਗਤ ਕਰਨ ਦੀ ਤਾਕੀਦ ਕੀਤੀ ਹੈ। ਮਹਾ ਪਵਿੱਤਰ ਸਾਧਕਾ ਸੰਗ, जिस भेटत लागे प्रभ रंग। संतन स्यों मेरी लेवा देवी, संतन स्यों व्यवहारा, संतन स्यों हम लाहा खाट्यार भगत परे पंडारा। साध संगत के बास बै कलमल सब नसना, प्रभ से ती रंग रात्या तांते गर्भ न ग्रसना। हो कृपाल स्वामी मेरे संता संग विहावे। हो कृपाल स्वामी मेरे संता संग विहावे। तुदों भुले से जम जम मरदे तिन कदे न चूकन हावे। संत मंडल में हर मन वसै, संत मंडल में दुर्त सब नसै। संत मंडल में निर्मल रीत, संत संग होए एक प्रीत। माधो साधु जन देहो मिलाए, देखत दर्श पाप सब नासै, पवित्र परम पद पाए। सो सानू तां हुक्म साध संगत करन दा है, पर ਅਸੀਂ ਕੀ ਕਰਦੇ ਹਾਂ? ਇਸ ਦੇ ਉਲਟ ਜਦ ਸਾਡੇ ਅੰਦਰੋਂ ਮਲੀਨ ਖਿਆਲ ਉੱਠਦੇ ਹਨ ਤਾਂ ਅਸੀਂ ਉਹਨਾਂ ਨੂੰ ਹੋਰ ਕੋੜਦੇ ਹਾਂ ਜਾਂ ਅਭਿਆਸ ਕਰਦੇ ਹਾਂ। ਕੁਸੰਗਤ, ਜਦੋਂ ਸਾਡੇ ਅੰਦਰ ਮਲੀਨ ਖਿਆਲ ਉੱਠਦੇ ਹਨ ਤਾਂ ਅਸੀਂ ਉਹਨਾਂ ਨੂੰ ਹੋਰ ਕੋੜਦੇ ਹਾਂ ਤੇ ਅਭਿਆਸ ਕਰਦੇ ਹਾਂ। ਇਸ ਤਰ੍ਹਾਂ ਇਹ ਨੀਵੇਂ ਖਿਆਲ ਸਾਡੇ ਮਨ ਦੀਆਂ ਡੂੰਘਿਆਈਆਂ ਵਿੱਚ ਹੋਰ ਧੱਸ ਜਾਂਦੇ ਹਨ ਤੇ ਫਿਰ ਸਮਾਂ ਪਾ ਕੇ ਸਾਡੇ ਅੰਤਸ਼ਕਰਣ ਵਿੱਚ ਵਸ ਰਸ ਜਾਂਦੇ ਹਨ ਤੇ ਸਾਡਾ ਸੁਭਾਅ ਜਾਂ ਆਚਰਣ ਉਹ ਜਿਹਾ ਬਣ ਜਾਂਦਾ ਹੈ, ਜੋ ਕਿ ਮੌਕਾ ਮਿਲਣ ਤੇ ਹਵਾੜ ਦੀ ਸ਼ਕਲ ਵਿੱਚ ਬਾਹਰ ਪ੍ਰਗਟ ਹੁੰਦਾ ਹੈ, ਜਿਸ ਦੁਆਰਾ ਸਾਡੇ ਕਰਮ ਜਾਂ ਭਾਗ ਬਣਦੇ ਹਨ। ਉੱਪਰਲੀ ਵਿਚਾਰ ਤੋਂ ਪਤਾ ਲੱਗਾ ਕਿ ਸੰਗਤ ਦੇ ਅਸਰ ਗ੍ਰਹਿਣ ਕਰਨ ਨਾਲ ਹੀ ਸਾਡੇ ਮਨ ਨੂੰ ਚੰਗੀ ਜਾਂ ਮਾੜੀ ਰੰਗਤ ਚੜ੍ਹਦੀ ਹੈ। ਸੋ ਫਿਰ ਦੁਹਰਾ ਦਈਏ ਕਿ ਸੰਗਤ ਕਈ ਕਿਸਮਾਂ ਦੀ ਹੁੰਦੀ ਹੈ, ਜਿਵੇਂ ਕਿ ਸ਼ਖਸੀ ਸੰਗਤ, ਲਿਖਤੀ ਸੰਗਤ, ਖਿਆਲੀ ਸੰਗਤ, ਬਚਨਾਂ ਦੀ ਸੰਗਤ, ਨਿਗਾਹਾਂ ਦੀ ਸੰਗਤ, ਮੁਰਦਿਆਂ ਦੀ ਸੰਗਤ ਆਦਿ। ਸੋ ਸ਼ਖਸੀ ਅਤੇ ਲਿਖਤੀ ਆਦਿ ਸੰਗਤ ਦੇ ਅਸਰ ਤੋਂ ਤਾਂ ਅਸੀਂ ਸਾਰੇ ਹੀ ਵਾਕਫ ਹਾਂ ਜਾਂ ਤਜਰਬਾ ਹੋਇਆ ਹੋਵੇਗਾ, ਪਰ ਖਿਆਲੀ ਸੰਗਤ ਸੂਖਮ ਹੋਣ ਕਾਰਨ ਇਸ ਤੋਂ ਲੋਕ ਅਣਜਾਣ ਅਤੇ ਬੇਪਰਵਾਹ ਹਨ। ਹਾਂਜੀ, ਖਿਆਲੀ ਸੰਗਤ ਇਹ ਸੂਖਮ ਹੋਣ ਕਾਰਨ ਇਸ ਤੋਂ ਲੋਕ ਅਣਜਾਣ ਅਤੇ ਬੇਪਰਵਾਹ ਹਨ। ਅਸਲ ਵਿੱਚ ਹਰ ਇੱਕ ਇਨਸਾਨ ਆਪਣੇ ਖਿਆਲਾਂ ਤੇ ਸੋਚਣੀ ਅਨੁਸਾਰ ਆਪਣੇ ਅੰਦਰ ਚੰਗੀ ਜਾਂ ਮਾੜੀ ਦੁਨੀਆ ਰਚਦਾ ਤੇ ਵਸਾਉਂਦਾ ਹੈ, ਕਿਉਂਕਿ ਹਰ ਕੋਈ ਖਿਆਲਾਂ ਵਿੱਚ ਗਲਤਾਨ ਰਹਿੰਦਾ ਹੈ ਤੇ ਖਿਆਲਾਂ ਦੁਆਰਾ ਹੀ ਆਪਣੇ ਅੰਦਰ ਹੀ ਚੰਗੀ ਜਾਂ ਮਾੜੀ ਦੁਨੀਆ ਰਚਦਾ ਤੇ ਵਸਾਉਂਦਾ ਹੈ। ਜਦ ਸਾਨੂੰ ਕੋਈ ਬੰਦਾ ਚੇਤੇ ਆਉਂਦਾ ਹੈ ਤਾਂ ਉਸ ਦੇ ਚੰਗੇ ਮਾੜੇ ਗੁਣ ਅਵਗੁਣ ਸਾਡੇ ਮਨ ਦੇ ਸ਼ੀਸ਼ੇ ਤੇ ਉਗਣ ਆਉਂਦੇ ਹਨ। ਜੇਕਰ ਕਿਸੇ ਉੱਚੇ ਜੀਵਨ ਵਾਲੇ ਗੁਰਮੁਖ ਪਿਆਰੇ ਦੀ ਯਾਦ ਆਵੇ ਤਾਂ ਸਾਡਾ ਤਨ ਮਨ ਹਿਰਦਾ ਸ਼ਰਧਾ ਭਾਵਨੀ ਪ੍ਰੀਤ ਪ੍ਰੇਮ ਰਸ ਚਾਉ ਖੇੜਾ ਤੇ ਸ਼ਾਂਤੀ ਨਾਲ ਭਰਪੂਰ ਹੋ ਜਾਂਦਾ ਹੈ। ਦੂਜੇ ਪਾਸੇ ਜੇ ਕੋਈ ਮਨਮੁਖ ਚੇਤੇ ਆ ਜਾਵੇ ਜਿਸ ਨਾਲ ਸਾਨੂੰ ਨਫ਼ਰਤ ਹੋਵੇ ਤਾਂ ਫੌਰਨ ਸਾਡਾ ਤਨ ਮਨ ਹਿਰਦਾ ਈਰਖਾ ਦ્વੈਤ ਕ੍ਰੋਧ ਤੇ ਨਫ਼ਰਤ ਨਾਲ ਭਰ ਜਾਂਦਾ ਹੈ ਤੇ ਮਲੀਨ ਹੋ ਜਾਂਦਾ ਹੈ, ਜਿਸ ਦਾ ਅਸਰ ਸਾਡੀਆਂ ਅੱਖਾਂ ਵਿੱਚ ਨਫ਼ਰਤ ਤੇ ਕ੍ਰੋਧ ਦੀ ਝਲਕ ਅਤੇ ਮੱਥੇ ਉੱਤੇ ਟਿਊੜੀਆਂ ਰਾਹੀਂ ਫੌਰਨ ਪ੍ਰਗਟ ਹੋ ਜਾਂਦਾ ਹੈ। ਕਈ ਵਾਰੀ ਤਾਂ ਸਾਡੇ ਸਮੁੱਚੇ ਸਰੀਰ ਨੂੰ ਸਣਕਪਣੀ ਕ੍ਰੋਧ ਅਤੇ ਘਿਰਨਾ ਦੀ ਅੱਗ ਲੱਗ ਜਾਂਦੀ ਹੈ, ਜਿਸ ਦਾ ਅਸਰ ਢੇਰ ਚਿਰ ਤਾਈਂ ਰਹਿੰਦਾ ਹੈ ਤੇ ਅਸੀਂ ਆਪਣੀ ਲਾਈ ਹੋਈ ਗੁੱਝੀ ਅੱਗ ਵਿੱਚ ਸੜਦੇ ਰਹਿੰਦੇ ਹਾਂ।
ਸੋ ਸਾਡੀ ਅੰਦਰਲੀ ਇਸ ਖਿਆਲੀ ਦੁਨੀਆ ਵਿੱਚ ਉੱਤਮ ਪੁਰਸ਼ ਤਾਂ ਥੋੜੇ ਹੀ ਆਉਂਦੇ ਹਨ ਅਤੇ ਉਹ ਸਾਨੂੰ ਯਾਦ ਵੀ ਘੱਟ ਹੀ ਆਉਂਦੇ ਹਨ, ਪਰ ਨੀਵੀਆਂ ਰੁਚੀਆਂ ਵਾਲੇ ਲੋਕਾਂ ਦੀ ਤਾਂ ਸਾਡੀ ਖਿਆਲੀ ਦੁਨੀਆ ਵਿੱਚ ਭੀੜ ਲੱਗੀ ਹੋਈ ਹੈ, ਜੋ ਸਾਡੀ ਮਾਨਸਿਕ ਦੁਨੀਆ ਵਿੱਚ ਦਿਨ ਰਾਤ ਭੜਥੂ ਪਾਈ ਰੱਖਦੇ ਹਨ। ਜੇ ਇੱਕ ਮਨਮੁਖ ਦੀ ਖਿਆਲੀ ਸੰਗਤ ਦਾ ਭਾਂਬੜ ਠੰਡਾ ਹੁੰਦਾ ਹੈ ਤਾਂ ਦੂਜਾ ਮਨਮੁਖ ਯਾਦ ਆ ਜਾਂਦਾ ਹੈ ਅਤੇ ਫਿਰ ਉਸੇ ਤਰ੍ਹਾਂ ਨਫ਼ਰਤ ਅਤੇ ਕ੍ਰੋਧ ਦੇ ਭਾਂਬੜ ਵਿੱਚੋਂ ਲੰਘਣਾ ਪੈਂਦਾ ਹੈ। ਇਸ ਤਰ੍ਹਾਂ ਅਸੀਂ ਆਪਣੇ ਅੰਦਰ ਆਪੂ ਵਸਾਈ ਹੋਈ ਖਿਆਲੀ ਦੁਨੀਆ ਦੇ ਨਫ਼ਰਤ, ਵੈਰ ਵਿਰੋਧ ਅਤੇ ਕ੍ਰੋਧ ਦੇ ਭਾਂਬੜ ਵਿੱਚ ਸੜਦੇ, ਬਲਦੇ, ਕੁਲਝਦੇ ਰਹਿੰਦੇ ਹਾਂ, ਜਿਸ ਨਾਲ ਸਾਡਾ ਮਨ ਮਨੂਰ ਹੁੰਦਾ ਜਾਂਦਾ ਹੈ। ਸੋ ਬਾਹਰਲੀ ਸੰਗਤ ਤੋਂ ਅਸੀਂ ਅਲੇਪ ਰਹਿ ਕੇ ਬਚ ਸਕਦੇ ਹਾਂ, ਪਰ ਸਾਡੇ ਮਨ ਦੀਆਂ ਧੁਰ ਤਹਿਾਂ ਵਿੱਚ ਵਸਾਈ ਹੋਈ ਖਿਆਲੀ ਦੁਨੀਆ ਦੇ ਅਸਰ ਤੋਂ ਬਚਣਾ ਅਤ ਕਠਿਨ ਹੈ, ਕਿਉਂਕਿ ਇਹ ਤਾਂ ਦਿਨ ਰਾਤ ਸਾਡੇ ਰਗੋ ਰੇਸ਼ੇ ਵਿੱਚ ਵਸ ਰਹੀ ਹੈ। ਤੇ ਜਦ ਕਦੇ ਸਾਡਾ ਮਨ ਬਾਹਰਲੇ ਰੁਝੇਵੇਂ ਤੋਂ ਵਿਹਲਾ ਹੁੰਦਾ ਹੈ ਜਾਂ ਕੋਈ ਹੋਰ ਉਹਨਾਂ ਦੀ ਯਾਦ ਕਰਾ ਦੇਵੇ, ਤਾਂ ਅੰਤਰੀਵ ਰੋਸੇ ਗਿਲੇ ਈਰਖਾ ਦਵੈਤ ਵੈਰ ਵਿਰੋਧ ਦੀਆਂ ਗੁੱਝੀਆਂ ਮਿਸਲਾਂ ਖੋਲ ਕੇ ਅਸੀਂ ਖਾਮ-ਖਾ ਮਾਨਸਿਕ ਕਲਪਨਾ, ਕਲੇਸ਼, ਕਰਿਜਨਾ ਤੇ ਸਾੜੇ ਸਹੇੜ ਕੇ ਦੁਖੀ ਹੁੰਦੇ ਰਹਿੰਦੇ ਹਾਂ। ਧਿਆਨ ਦੇਣਾ ਜੀ, ਆਪ ਹੀ ਆਪਣੇ ਆਪ ਨੂੰ ਦੁਖੀ ਕਰਦੇ ਹਾਂ ਖਾਮ-ਖਾ, ਕਿਉਂਕਿ ਪਿੱਛੇ ਪੜਿਆ ਜੇ ਉੱਤਮ ਪੁਰਸ਼ਾਂ ਨੂੰ ਯਾਦ ਕਰਦੇ ਅੰਦਰ ਸ਼ਾਂਤੀ, ਠੰਡ, ਸੁਖ ਵਰਤਦਾ ਹੈ। ਜੇ ਐਲਰਜੀ ਵਾਲਿਆਂ ਨੂੰ ਯਾਦ ਕਰਦੇ ਅੰਦਰ ਸਾੜਾ ਕੁਲਝਣਾ। ਸੋ ਜੇ ਐਲਰਜੀ ਵਾਲਿਆਂ ਨੂੰ ਆਪ ਹੀ ਤਾਂ ਯਾਦ ਕਰਦੇ ਆ, ਮਨ ਦਾ ਰੁਖ ਬਦਲੀ ਕਰ ਦਈਏ ਤਾਂ ਠੰਡ ਹੀ ਠੰਡ ਹੈ। ਸੋ ਇਸ ਤਰ੍ਹਾਂ ਅਸੀਂ ਅੰਤਰੀਵ ਰੋਸੇ ਗਿਲੇ ਈਰਖਾ ਦਵੈਤ ਵੈਰ ਵਿਰੋਧੀਆਂ ਗੁੱਝੀਆਂ ਮਿਸਲਾਂ ਨੂੰ ਖੋਲ ਕੇ ਖਾਮ-ਖਾ ਮਾਨਸਿਕ ਕਲਪਨਾ, ਕਲੇਸ਼, ਕ੍ਰਿਜਨਾ ਤੇ ਸਾੜੇ ਸਹੇੜ ਕੇ ਦੁਖੀ ਹੁੰਦੇ ਰਹਿੰਦੇ ਹਾਂ। ਇੱਥੇ ਹੀ ਬਸ ਨਹੀਂ, ਇਹੋ ਜਿਹੀਆਂ ਹਾਨੀਕਾਰਕ ਕਲਪਨਾ ਦੇ ਜ਼ਹਿਰ ਨੂੰ ਹਰ ਵਾਰੀ ਘੋਟਣ ਨਾਲ ਮਨ ਅਤੇ ਅੰਤਸ਼ਕਰਨ ਵਿੱਚ ਇਹ ਮਾਨਸਿਕ ਗਿਲਾਨੀ ਹੋਰ ਵੀ ਧੱਸਦੀ ਤੇ ਵਸਦੀ ਜਾਂਦੀ ਹੈ, ਜਿਸ ਨਾਲ ਮਨ ਮਨੂਰ ਹੋ ਕੇ ਉੱਚੇ ਆਤਮ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਧਿਆਨ ਦੇਣਾ ਜੀ, ਕਿਤਨਾ ਵੱਡਾ ਨੁਕਸਾਨ ਹੈ। ਘੋਟਣਾ ਤਾਂ ਚਾਹੀਦਾ ਹੀ ਨਹੀਂ, ਸਕਿੰਟਾਂ 'ਚ ਹੀ ਪਰੇ ਮਨ ਦਾ ਰੁਖ ਗੁਰਮੁਖ ਪਿਆਰੇ ਜਿਹੜੇ ਅੰਦਰ ਠੰਡ ਵਰਤਾਉਣ ਵਾਲੇ, ਉਹਨਾਂ ਵੱਲ ਕਰਨਾ ਚਾਹੀਦਾ ਹੈ। ਤੇ ਜਦੋਂ ਘੋਟਦੇ ਹਾਂ, ਉਹ ਅੰਤਸ਼ਕਰਨ ਵਿੱਚ ਜਦੋਂ ਧੱਸ ਜਾਂਦਾ ਹੈ, ਸਭ ਤੋਂ ਵੱਡਾ ਨੁਕਸਾਨ ਕੀ ਹੁੰਦਾ ਹੈ? ਅੰਦਰ ਮਨ ਦਾ ਮੱਚ ਹੀ ਖਤਮ ਹੋ ਜਾਂਦਾ ਹੈ। ਮਨ ਇਤਨਾ ਮਨੂਰ ਹੋ ਜਾਂਦਾ ਹੈ ਕਿ ਉਚੇਰੇ ਆਤਮ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਨਾ ਗੁਰਬਾਣੀ ਦਾ ਅਸਰ, ਨਾ ਮਹਾਂਪੁਰਖਾਂ ਦੀ ਲੇਖਣੀਆਂ ਦਾ ਅਸਰ। ਮਨ ਉੱਚੇ ਆਤਮ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਤੇ ਫਿਰ ਇੱਕ ਹੋਰ ਨੁਕਸਾਨ ਕਿ ਅਗਲੇ ਜਨਮਾਂ ਵਿੱਚ ਵੀ ਇਹ ਜ਼ਹਿਰੀਲੀ ਗਿਲਾਨੀ ਨਾਲ ਜਾਂਦੀ ਹੈ। ਜਿਤਨਾ ਗੰਦ ਅਸੀਂ ਧਸਾਂਦੇ ਅੰਦਰ, ਉਹ ਅਗਲੇ ਜਨਮਾਂ ਵਿੱਚ ਵੀ ਨਾਲ ਜਾਂਦਾ ਹੈ। ਸੋ ਇਹੋ ਜੀ ਮਾਨਸਿਕ ਗਿਲਾਨੀ ਵਿੱਚੋਂ ਫਿਰ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਨੀਵੇਂ ਕਰਮ ਅਥਵਾ ਪਾਪ ਹੀ ਉਪਜਦੇ ਹਨ। ਇਹ ਤੀਸਰਾ ਨੁਕਸਾਨ। ਇੱਕ ਤਾਂ ਆਤਮ ਖਿਆਲਾਂ ਨੂੰ ਗ੍ਰਹਿਣ ਕਰਨ ਤੋਂ ਮਨ ਅਸਮਰੱਥ ਹੋ ਕੇ ਮਨੂਰ ਹੋ ਗਿਆ। ਦੂਸਰਾ, ਅਗਲੇ ਜਨਮਾਂ ਵਿੱਚ ਇਹ ਜ਼ਹਿਰ ਨਾਲ ਗਿਆ। ਤੀਸਰਾ, ਇਸ ਗਿਲਾਨੀ ਵਿੱਚੋਂ ਹਮੇਸ਼ਾ ਫਿਰ ਨੀਵੇਂ ਕਰਮ, ਨੀਵੇਂ ਖਿਆਲ ਤੇ ਨੀਵੀਆਂ ਰੁਚੀਆਂ ਹੀ ਉਪਜਦੇ ਹਨ। ਇਸ ਹਾਲਤ ਵਿੱਚ ਜੇ ਕੋਈ ਚੰਗੇ ਖਿਆਲ ਜਾਂ ਪੁੰਨ ਕਰਮ ਕਰਦੇ ਵੀ ਹਾਂ ਤਾਂ ਉਹ ਵੀ ਹੋਮੇ ਵੇੜੇ ਹੁੰਦੇ ਹਨ। ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ। ਸੋ ਉੱਪਰ ਦੱਸੀ ਮਾਨਸਿਕ ਗਿਲਾਨੀ ਦੀ ਅੱਗ ਦੇ ਭਾਂਬੜ ਵਿੱਚ ਸਾਰੀ ਦੁਨੀਆ ਲਿਪਟੀ ਹੋਈ ਹੈ। ਗੁੱਜੀ ਭਾਏ ਜਲੇ ਸੰਸਾਰਾ, ਭਗਤ ਨਾ ਵਿਆਪੈ ਮਾਇਆ। ਸੋ ਇਸ ਗੁੱਜੀ ਅੱਗ ਤੋਂ ਬਚਣ ਦਾ ਸਾਧਨ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਤੁਝੇ ਨਾ ਲਾਗੇ ਤਾਤਾ ਚੋਲਾ। ਇਹ ਜਗ ਜਲਤਾ ਦੇਖ ਕੇ ਭਜ ਪਏ ਹਰ ਸ਼ਰਣਾਈ ਰਾਮ। ਤਾਤੀ ਵਾਵ ਨਾ ਲੱਗਈ ਪਾਰ ਬ੍ਰਹਮ ਸ਼ਰਣਾਈ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਸਾਰੇ ਦੇਵੀ ਗੁਣ ਅਤੇ ਆਤਮਿਕ ਦਾਤਾਂ ਅਕਾਲ ਪੁਰਖ ਦੇ ਪ੍ਰਕਾਸ਼ ਨਾਮ ਤੋਂ ਪੁੱਜਦੀਆਂ ਹਨ। ਸਾਰੇ ਅਵਗੁਣ, ਨੀਵੇਂ ਖਿਆਲ, ਨੀਵੀਆਂ ਰੁਚੀਆਂ, ਪਾਪ ਆਦਿ ਇਹ ਤ੍ਰੈ ਗੁਣੀ ਮਾਇਆ ਦੇ ਹਨੇਰ ਦੇ ਭਰਮ ਵਿੱਚੋਂ ਪੁੱਜਦੇ ਹਨ। ਇਹ ਸਾਰਾ ਵਿਸਥਾਰ ਪਿਛਲੇ ਭਾਗ ਵਿੱਚ ਆਇਆ ਹੈ। ਮਾਇਆ ਅਕਾਲ ਪੁਰਖ ਦੇ ਪ੍ਰਕਾਸ਼ ਜਾਂ ਨਾਮ ਦੀ ਗੈਰ ਹਾਜ਼ਰੀ ਜਾਂ ਅਣਹੋਂਦ ਦਾ ਹੀ ਨਾਮ ਹੈ। ਇਸ ਤੋਂ ਸਪਸ਼ਟ ਹੈ
ਕਿ ਨਾਮ ਦੇ ਪ੍ਰਕਾਸ਼ ਹੋਣ ਨਾਲ ਆਪੇ ਹੀ ਮਾਇਆ ਦਾ ਹਨੇਰ ਦੂਰ ਹੋ ਜਾਂਦਾ ਹੈ ਅਤੇ ਇਸ ਦੇ ਲਾਓ ਲਸ਼ਕਰ ਹਉਮੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਨਾ ਤੋਬਜੇ ਸਾਰੇ ਨੀਵੇਂ ਖਿਆਲ, ਨੀਵੀਆਂ ਰੁਚੀਆਂ, ਪਾਪ ਆਦਿ ਵੀ ਖਤਮ ਹੋ ਜਾਂਦੇ ਹਨ। ਬਸ ਨਾਮ ਦਾ ਪ੍ਰਕਾਸ਼ ਹੋਇਆ, ਮਾਇਆ, ਉਸ ਦੇ 5 ਅਹਲਕਾਰ, ਉਸ ਦੀ ਸਾਰੀ ਅਠੀਲੀ ਫੌਜ ਸਭ ਛਾਏ ਮਾਏ। ਸੋ ਮਾਇਆ ਦੇ ਇਸ ਅੰਧਗੁਬਾਰ ਅਥਵਾ ਹਨੇਰ ਨੂੰ ਹੀ ਭਰਮ ਕਿਹਾ ਜਾਂਦਾ ਹੈ। ऐसा तैं जग भरम लाया, कैसे बूझे जब मोया है माया। भरमे पूला फिरे संसार, मर जन्म जम करे ख्वार। साधो ए जग परम पुलाना, राम नाम का सिमरन छोड़िया, माया हाथ बिकाना। माया मोह कड़े कड़ पचिया, बिन नामे परम 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 खपिया। इस परम रूपी माया दे हनेर नूं दूर करन लई गुरु बाबे ने गुरबाणी विच इह विधि दसी है। अंतर शब्द मिटिया अज्ञान अंधेरा। अंतर शब्द मिटिया अज्ञान अंधेरा, भ्रम पै बिनस गए खिन पीतर, अंधकार प्रगटे चानान, सास सास आराधे नानक, सदा सदा जाइए कुर्बान। राम नाम रस चाखिया, हर नामा हर तार, कहो कबीर कंचन पया, भरम गया समुंदे पार। इस सारे लेख दियां विचारां विचों एक जरूरी ते दीर्घ चुनौती साडे सामने आउंदी है। वो ये है कि जीवन दे हेठ लिखियां पक्षां दा निर्णय करके असी अपने जीवन नूं उचेरी, चंगेरी, सोनेरी ते कल्याण रूपी उच्ची सुच्ची सेध देनी है। इसलिए इन्हां पक्षां दी चुनौती कर दे ते कमा के अपना जीवन सफल करना है। ध्यान देना जी, इत्थे महापुरखा ने एक ब्योरा दिता है कि जे अपने जीवन नूं उचेरा, चंगेरा ते सफला बनावना है तां इन्हां चों चोण करके एक पासे होना है, इन्हां नूं कमावना है। वो की हन? चंगे ख्याल या माड़े ख्याल, चंगियां रुचियां या माड़ियां रुचियां एक पासे होइए, दैवी कर्म या नीवे कर्म, निर्मल मन या मैला मन, साध संगत या कुसंगत, पुण्य या पाप, आत्मक मंडल या मायकी मंडल, आत्मक प्रकाश या मायकी परम, आत्मक रस या मायकी अनरस, आत्मक तन या मायकी तन, आत्मक खुशी या मायकी खुशी, स्वर्ग या नरक, जीवन या मौत, गुरमत या मनमुख, अनुभव या दिमागी ज्ञान। सो ये चुनौती कीते बगैर साडे जीवन विच कोई परिवर्तन जां तब्दीली नहीं हो सकती। ध्यान देना जी, जे साध संगत भी कर लई ते नाल दे नाल कुसंगत भी कर लिया, फिर जीवन विच की तब्दीली आउणी होए? एक पासे करिए साध संगत करिए, कुसंगत छड़िए, फिर तां कोई तब्दीली दी आस होवे। आत्मक धन या मायकी धन, एक पासे ये कर लई बई नाम बाणी दा सिमरन दा धन इकट्ठा करिए, दूजे पासे बेईमानियां करके ते मायकी धन भी इकट्ठा करिए, फिर किथे तब्दीली? सो ये चुनौती कीते बगैर साडे जीवन विच कोई परिवर्तन जां तब्दीली नहीं हो सकती ते साडे जीवन दी किश्ती बगैर किसी सेध दे माया दे बिखम अगन शोक सागर दे तूफानां विच गोती खांदी रहेगी। पलच पलच सगली मुई, झूठे तन दे मुंह, पर असी मिलगोबा जीवन जीवते हैं। इसका प्रत्यक्ष सबूत यह है कि इतने पाठ पूजा कर्म धर्म आदि साधन करदे होया भी साडे जीवन विच कोई तब्दीली नहीं आउंदी। संगत कीती, मन नूं निर्मल बनाया, उथे क्लबां सिनेमियां विच जाके फिर मैला कर लिया। यही कारण है मिलगोबा जीवन जीवते हाँ, इतने पाठ पूजा कर्म धर्म आदि साधना करदे होया भी साडे जीवन विच कोई तब्दीली नहीं आउंदी ते असी उसे मायकी गिलानी दी पुरानी प्रणाली विच ही रुड़े जा रहे हैं। ये चुनौती ये अनुभवी आत्म ज्ञान वाली विवेक बुद्धि द्वारा हो सकती है। हाँ जी, विवेक बुद्धि होवे फिर चोण करे, नहीं जी ये काम तो गलत है, मैं नहीं करना। निरा पूरा दिमागी ज्ञान सियाणपां ते फिलासफियां तां सानू होर भी पंबल पूसियां ते अंध गुबार दे भरम भुलेखियां विच फसा देंदियां हन। इस विचार नू होर खोल के दसण दी कोशिश कीती जांदी है कि मायकी भरम भुलावे दा हनेर ही
ਇਹ ਸਾਰੇ ਦੁੱਖ ਕਲੇਸ਼ ਜਮ ਜਮਜੇਵੜੀ ਜਮਡੰਡ ਆਵਾਗਮਨ ਨਰਕ ਆਦਿ ਦਾ ਮੁੱਢਲਾ ਕਾਰਨ ਹੈ। ਜੇ ਸਾਡੇ ਜੀਵਨ ਵਿੱਚ ਕੋਈ ਦੁੱਖ ਹੈ, ਨਰਕ ਹੈ, ਅਸ਼ਾਂਤੀ ਹੈ, ਲੜਾਈ ਝਗੜੇ ਹਨ, ਕੁਝ ਵੀ ਜਮਡੰਡ ਹੈ, ਜਮਜੇਵਰੀ ਹੈ, ਤਾਂ ਸਮਝ ਲਓ ਅਸੀਂ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਵਿਚਰਦੇ ਹਾਂ। ਤੇ ਅਸੀਂ ਮਾਇਕੀ ਭਰਮ ਭੁਲਾਵੇ ਦਾ ਹਨੇਰ ਹੀ ਇਹ ਸਾਰੇ ਦੁੱਖ ਕਲੇਸ਼ ਜਮਜੇਵਰੀ ਜਮਡੰਡ ਆਵਾਗਮਨ ਨਰਕ ਆਦਿ ਦਾ ਮੁੱਢਲਾ ਕਾਰਨ ਹੈ। ਤੇ ਅਸੀਂ ਮਾਇਕੀ ਗਿਲਾਨੀ ਦੇ ਬਿਖਮ ਅਗਨ ਸ਼ੋਕ ਸਾਗਰ ਵਿੱਚ ਗੋਤੇ ਖਾ ਰਹੇ ਹਾਂ। ਤੇ ਆਤਮ ਪ੍ਰਕਾਸ਼ ਦੇ ਚਾਨਣ ਨਾਮ ਵਿੱਚ ਸਦੀਵੀ ਸੁਖ, ਅਬਨਾਸ਼ੀ ਖੇਮ, ਪ੍ਰੀਤ ਪ੍ਰੇਮ ਰਸ ਚਾਉ ਖੇੜਾ ਅਤੇ ਸ਼ਾਂਤੀ ਦਾ ਵਰਤਾਰਾ ਹੈ। ਜੇ ਜੀਵਨ ਵਿੱਚ ਕੋਈ ਚਾਉ ਹੈ, ਕੋਈ ਸਵਾਦ ਹੈ, ਕੋਈ ਸ਼ਾਂਤੀ ਹੈ, ਤਾਂ ਸਮਝ ਲਓ ਨਾਮ ਦੇ ਪ੍ਰਕਾਸ਼ ਵਿੱਚ ਵਿਚਰਦੇ ਹਾਂ ਹਮੇਸ਼ਾ ਦਾ ਅਬਨਾਸੀ ਖੇਮ। ਸੋ ਜਿਸ ਤਰ੍ਹਾਂ ਸੂਰਜ ਵੱਲ ਮੂੰਹ ਕੀਤਿਆਂ ਰੋਸ਼ਨੀ ਨਿੱਘ ਜੀਵਨ ਖੇੜਾ ਆਦਿ ਅਨੇਕਾਂ ਗੁਣ ਸਹਿਜੇ ਹੀ ਪ੍ਰਦਾਨ ਹੋ ਜਾਂਦੇ ਹਨ ਤੇ ਹਨੇਰੇ ਵੱਲ ਆਪਣੇ ਆਪ ਪਿੱਠ ਹੋ ਜਾਂਦੀ ਹੈ। ਇਸ ਦੇ ਉਲਟ ਸੂਰਜ ਵੱਲ ਪਿੱਠ ਕੀਤਿਆਂ ਜਾਂ ਓਲੇ ਹੁੰਦਿਆਂ ਸੂਰਜ ਦੇ ਅਨੇਕਾਂ ਗੁਣਾਂ ਤੋਂ ਵਾਂਝਿਆ ਹੋ ਜਾਈਦਾ ਹੈ ਤੇ ਹਨੇਰ ਦੇ ਸਾਰੇ ਅਵਗੁਣ ਸਾਡੇ ਪੱਲੇ ਪੈ ਜਾਂਦੇ ਹਨ, ਜਿਸ ਕਾਰਨ ਸਾਨੂੰ ਅਨੇਕਾਂ ਦੁੱਖ ਕਲੇਸ਼ ਭੁਗਤਣੇ ਪੈਂਦੇ ਹਨ। ਐਨ ਇਸੇ ਤਰ੍ਹਾਂ ਜਦ ਅਸੀਂ ਨਾਮ ਦੇ ਪ੍ਰਕਾਸ਼ ਵੱਲ ਧਿਆਨ, ਯਾਦ ਜਾਂ ਸਿਮਰਨ ਕਰਦੇ ਹਾਂ ਤਾਂ ਸਾਡੇ ਅੰਦਰ ਸਾਰੇ ਇਲਾਹੀ ਆਤਮਿਕ ਗੁਣ ਸਹਿਜੇ ਹੀ ਪ੍ਰਵੇਸ਼ ਹੋ ਜਾਂਦੇ ਹਨ ਤੇ ਸਹਿਜੇ ਹੀ ਸਾਡੀ ਪਿੱਠ ਹਨੇਰ ਵੱਲ ਹੋ ਜਾਂਦੀ ਹੈ ਤੇ ਹਨੇਰੇ ਦੇ ਸਾਰੇ ਔਗਣਾਂ ਤੋਂ ਸਹਿਜੇ ਹੀ ਛੁਟਕਾਰਾ ਹੋ ਜਾਂਦਾ ਹੈ। ਹਾਂਜੀ, ਜਦ ਨਾਮ ਦੇ ਪ੍ਰਕਾਸ਼ ਵੱਲ ਰੁਖ ਕਰਦੇ ਹਾਂ, ਭਾਵ ਸਿਮਰਨ ਕਰਦੇ ਹਾਂ, ਉਸ ਦੀ ਯਾਦ ਵਿੱਚ ਰਹਿੰਦੇ ਹਾਂ, ਤਾਂ ਸਾਰੇ ਆਤਮਿਕ ਗੁਣ ਸਹਿਜੇ ਹੀ ਸਾਡੇ ਅੰਦਰ ਪ੍ਰਵੇਸ਼ ਹੋ ਜਾਂਦੇ ਹਨ ਤੇ ਮਾਇਕੀ ਹਨੇਰ ਤੋਂ ਆਪਣੇ ਆਪ ਪਿੱਠ ਹੋ ਜਾਂਦੀ ਹੈ ਤੇ ਉਸ ਹਨੇਰ ਵਿੱਚੋਂ ਜਿਹੜੇ ਔਗਣ ਹੁੰਦੇ ਹਨ ਉਹਨਾਂ ਤੋਂ ਵੀ ਛੁਟਕਾਰਾ ਹੋ ਜਾਂਦਾ ਹੈ। ਪਰ ਇਹਨਾਂ ਦੋਹਾਂ ਜ਼ਰੂਰੀ ਤੇ ਦੀਰਘ ਹਾਲਤਾਂ ਦੇ ਵਿਚਕਾਰ ਇੱਕ ਗੁਪਤ ਨੁਕਤਾ ਹੈ। ਕਿਹੜੀਆਂ ਦੋ ਜ਼ਰੂਰੀ ਹਾਲਤਾਂ? ਇੱਕ ਮਾਇਕੀ ਪਰਮ, ਇੱਕ ਨਾਮ ਦਾ ਪ੍ਰਕਾਸ਼। ਇਹਨਾਂ ਦੇ ਵਿਚਕਾਰ ਇੱਕ ਗੁਪਤ ਨੁਕਤਾ ਹੈ ਜਿਸ ਤੋਂ ਅੱਡ-ਅੱਡ ਇੱਕ ਦੂਜੇ ਦੇ ਉਲਟ ਰਾਹ ਨਿਕਲਦੇ ਹਨ, ਜਿਨ੍ਹਾਂ ਦੁਆਰਾ ਸਾਡੀ ਚੰਗੀ ਜਾਂ ਮਾੜੀ ਜੀਵਨ ਸੇਧ ਬਣਦੀ ਹੈ। ਲਿਵ ਧਾਤ ਦੋਇ ਰਾਹ ਹੈ, ਹੁਕਮੀ ਕਾਰ ਕਮਾਏ, ਰਾਹ ਦੋਵੇਂ ਇੱਕ ਜਾਣੇ ਸੋਈ ਸਿਜ ਸੀ, ਦੋਏ ਪੰਦੀ ਦੋਇ ਰਾਹ ਚਲਾਏ। ਇਹ ਜ਼ਰੂਰੀ ਨੁਕਤਾ ਸਾਡੇ ਮਨ ਦੀ ਰੰਗਤ ਦਾ ਹੈ। ਧਿਆਨ ਦੇਣਾ ਜੀ, ਨਾਮ ਤੇ ਮਾਇਆ, ਇਹਨਾਂ ਦੋਨਾਂ ਦੇ ਵਿਚਕਾਰ ਜਿਹੜਾ ਜ਼ਰੂਰੀ ਨੁਕਤਾ ਹੈ ਉਹ ਸਾਡੇ ਮਨ ਦੀ ਰੰਗਤ ਦਾ ਹੈ। ਮਲੀਨ ਮਨ ਵਿੱਚੋਂ ਸਾਡੇ ਜੀਵਨ ਦਾ ਰੁਖ ਅਵਸ਼ੀ ਮਾਇਕੀ ਰਸਾਤਲ ਵੱਲ ਹੋ ਜਾਂਦਾ ਹੈ ਤੇ ਨਿਰਮਲ ਮਨ ਦੀ ਰੁਚੀ ਆਪੇ ਹੀ ਨਾਮ ਵੱਲ ਹੁੰਦੀ ਹੈ। ਮਨ ਨੂੰ ਨਿਰਮਲ ਰੱਖਾਂਗੇ ਤਾਂ ਉਹ ਮਾਇਆ ਵੱਲ ਨਹੀਂ ਜਾਏਗਾ, ਉਹਨੂੰ ਫਿਰ ਸਵਾਦ ਆਏਗਾ ਸਿਮਰਨ ਵਿੱਚ, ਉਸ ਦੀ ਰੁਚੀ ਨਾਮ ਵੱਲ ਹੋਵੇਗੀ। ਤੇ ਜੇ ਮਨ ਦੀ ਰੰਗਤ ਨੂੰ ਮਲੀਨ ਰੱਖਾਂਗੇ ਫਿਰ ਨਾਮ ਵੱਲ ਨਹੀਂ ਜਾਏਗਾ, ਉਹ ਮਾਇਕੀ ਰਸਾਤਲ ਵੱਲ ਜਾਏਗਾ, ਰੰਗ ਤਮਾਸ਼ਿਆਂ ਵੱਲ। ਸੋ ਜਿਸ ਤਰ੍ਹਾਂ ਚਾਨਣ ਹੋਣ ਨਾਲ ਹਨੇਰਾ ਆਪ ਹੀ ਅਲੋਪ ਹੋ ਜਾਂਦਾ ਹੈ ਤੇ ਕੱਢਣਾ ਨਹੀਂ ਪੈਂਦਾ, ਉਸੇ ਤਰ੍ਹਾਂ ਨਾਮ ਦੇ ਪ੍ਰਕਾਸ਼ ਹੋਣ ਨਾਲ ਮਾਇਕੀ ਭਰਮ ਭੁਲਾਵੇ ਦਾ ਹਨੇਰ ਤੇ ਉਸ ਦਾ ਲਾਓ ਲਸ਼ਕਰ ਤੇ ਹਠੀਲੀ ਫੌਜ ਵੀ ਆਪ ਹੀ ਅਲੋਪ ਹੋ ਜਾਂਦੀ ਹੈ। ਇਸ ਵਿਚਾਰ ਦਾ ਅੰਤਲਾ ਸਿੱਟਾ ਜਾਂ ਨਿਚੋੜ ਇਹ ਹੈ ਕਿ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਰਹਿਣਾ ਹੀ ਪਾਪ ਹੈ ਤੇ ਨਾਮ ਦੇ ਪ੍ਰਕਾਸ਼ ਮੰਡਲ ਵਿੱਚ ਵਿਚਰਨਾ ਹੀ ਪੁੰਨ ਹੈ। ਅਥਵਾ ਅਕਾਲ ਪੁਰਖ ਦੀ ਭੁੱਲ, ਅਕਾਲ ਪੁਰਖ ਨੂੰ ਭੁੱਲਣਾ ਹੀ ਪਾਪ ਹੈ ਤੇ ਉਸ ਦੀ ਯਾਦ ਅਤੇ ਸਿਮਰਨ ਹੀ ਪੁੰਨ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਵਿੰਦ ਗਾਏ। ਸੋ ਸਾਡੇ ਮਾਨਸਿਕ ਅਤੇ ਧਾਰਮਿਕ ਜੀਵਨ ਦਾ ਵਰਤਾਰਾ ਗੁਰਬਾਣੀ ਦੇ ਆਸ਼ੇ ਦੇ ਬਿਲਕੁਲ ਉਲਟ ਹੋ ਰਿਹਾ ਹੈ। ਜਿਹੜੀ ਗੱਲ ਨੂੰ ਤਾਂ ਭੁਲਾਵਣਾ ਹੈ, ਉਸੇ ਗੱਲ ਨੂੰ ਯਾਦ ਕਰਕੇ, ਘੋਟ ਕੇ, ਸਿਮਰਨ ਕਰਕੇ ਦ੍ਰਿੜ ਕਰੀ ਜਾਂਦੇ ਹਾਂ। ਇਸ ਦੇ ਉਲਟ ਜਿਹੜੀ ਗੱਲ ਨੂੰ ਯਾਦ ਕਰਨਾ ਹੈ, ਜਿਸ ਦਾ ਅਭਿਆਸ ਕਰਨਾ ਹੈ, ਜਿਸ ਨੂੰ ਦ੍ਰਿੜਾਉਣਾ ਹੈ, ਉਸ ਨੂੰ ਬਿਲਕੁਲ ਭੁਲਾਈ ਬੈਠੇ ਹਾਂ। ਹਾਂਜੀ, ਗੁਰਬਾਣੀ ਵਿੱਚ ਜਿਹੜੀ ਗੱਲ ਸਾਨੂੰ ਬਾਰ-ਬਾਰ ਦੁਹਰਾਈ ਗਈ, ਇਹ ਕੰਮ ਕਰਨਾ ਹੈ, ਉਹ ਤਾਂ ਅਸੀਂ ਭੁਲਾਈ ਬੈਠੇ ਹਾਂ ਤੇ ਜਿਹੜੇ ਕੰਮ ਕਹਿੰਦੇ ਨਹੀਂ ਕਰਨਾ, ਉਹਨਾਂ ਨੂੰ ਬਾਰ-ਬਾਰ ਘੋਟੀ ਜਾਂਦੇ ਹਾਂ। ਫਿਰ ਦੁਹਰਾ ਦਈਏ, ਜਿਹੜੀ ਗੱਲ ਨੂੰ ਭੁਲਾਉਣਾ ਹੈ ਉਸੇ ਗੱਲ ਨੂੰ ਯਾਦ ਕਰਕੇ, ਘੋਟ ਕੇ, ਉਸ ਦਾ ਸਿਮਰਨ ਕਰਕੇ ਦ੍ਰਿੜ ਕਰੀ ਜਾਂਦੇ ਹਾਂ। ਇਸ ਦੇ ਉਲਟ ਜਿਹੜੀ ਗੱਲ ਨੂੰ ਯਾਦ ਕਰਨਾ ਹੈ, ਜਿਸ ਦਾ ਅਭਿਆਸ ਕਰਨਾ ਹੈ, ਜਿਸ ਨੂੰ ਦ੍ਰਿੜਾਉਣਾ ਹੈ, ਉਸੇ ਨੂੰ ਬਿਲਕੁਲ ਭੁਲਾਈ ਬੈਠੇ ਹਾਂ ਜਾਂ ਉਸ ਤੋਂ ਅਵੇਸਲੇ ਤੇ ਮਚਲੇ ਹੋਏ ਬੈਠੇ ਹਾਂ।
ਕਾਚ ਬਿਹਾਜਨ ਕੰਚਨ ਛਾੜਨ, ਬੈਰੀ ਸੰਗ ਹੇਤ ਸਾਜਨ ਤਿਆਗ ਕਰੇ, ਹੋਮਨ ਕੌਰਾ ਅਨਹੋਮਨ ਮੀਠਾ, ਵਿਖਿਆ ਮੈਂ ਲਪਟਾਏ ਜਰੇ। ਸੋ ਗੁਰੂ ਬਾਬੇ ਨੇ ਸਾਨੂੰ ਇਸ ਜ਼ਰੂਰੀ ਨੁਕਤੇ ਦੀ ਬਾਬਤ ਇਉਂ ਪ੍ਰੇਰਨਾ ਤੇ ਅਗਵਾਈ ਕੀਤੀ ਹੈ। ਉਹ ਕਿਹੜਾ ਜ਼ਰੂਰੀ ਨੁਕਤਾ ਸੀ? ਮਨ ਦੀ ਰੰਗਤ ਦਾ, ਕਿ ਮਨ ਨੂੰ ਨਿਰਮਲ ਬਣਾਈਏ ਤਾਂ ਰੁਚੀ ਨਾਮ ਵੱਲ ਬਣੇ। ਸੋ ਜ਼ਰੂਰੀ ਨੁਕਤੇ ਦੇ ਬਾਬਤ ਇਉਂ ਉਪਦੇਸ਼ ਦਿੱਤੇ ਹਨ ਕਿ ਜੇ ਮਨ ਨੂੰ ਨਿਰਮਲ ਰੱਖਣਾ ਹੈ, ਇਹ ਉਪਦੇਸ਼ ਰੋਜ਼ਮਰਾ ਦੀ ਜ਼ਿੰਦਗੀ 'ਚ ਕਮਾਣੇ ਚਾਹੀਦੇ ਹਨ। ਕਿਹੜੇ? ਰੋਸ ਨਾ ਕਾਹੂ ਸੰਗ ਕਰੋ, ਆਪਨ ਆਪ ਵਿਚਾਰ। ਹਾਂਜੀ, ਪੜ੍ਹਨਾ ਬੜਾ ਸੌਖਾ ਹੈ, ਪਰ ਥੋੜੀ ਮਿਹਨਤ ਚਾਹੀਦੀ ਹੈ ਕਮਾਉਣ ਲਈ। ਜੇ ਨਾਮ ਵੱਲ ਰੁਚੀ ਪੈਦਾ ਕਰਨੀ ਹੈ, ਕਮਾਉਣਾ ਪਏਗਾ, ਅੱਜ ਨਹੀਂ ਤਾਂ ਕੱਲ, ਕੱਲ ਨਹੀਂ ਤਾਂ ਅਗਲੇ ਜਨਮ ਵਿੱਚ। ਰੋਸ ਨਾ ਕਾਹੂ ਸੰਗ ਕਰੋ, ਆਪਨ ਆਪ ਵਿਚਾਰ। ਪਰ ਕਾ ਬੁਰਾ ਨਾ ਰਾਖੋ ਚੀਤ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਨਿੰਦਾ ਭਲੀ ਕਿਸੈ ਕੀ ਨਾਹੀ, ਦਇਆ ਛਿਮਾ ਤਨ ਪ੍ਰੀਤ। ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਣਿਆਈ। ਸਾਂਝ ਕਰੀਜੈ ਗੁਣੈ ਕੇਰੀ, ਛੋੜ ਅਵਗੁਣ ਚਲੀਏ। ਅਵਗੁਣ ਕੋ ਨ ਚਿਤਾਰੇ, ਹੱਥੋਂ ਦੇ ਕੇ ਭਲਾ ਮਨਾਏ। ਅਣਹੋਂਦੇ ਆਪ ਵੰਡਾਏ, ਆਪ ਗਵਾਏ ਸੇਵਾ ਕਰੇ। ਤਜੋ ਸਿਆਨਪ ਸੁਰਜਨੋ, ਸਿਮਰੋ ਹਰ ਹਰ ਰਾਏ। ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਉ। ਸਭੇ ਗੱਲਾਂ ਵਿਸਰਨ, ਇੱਕੋ ਵਿਸਰ ਨਾ ਜਾਉ। ਅਵਰ ਉਪਾਉ ਸਭ ਤਿਆਗਿਆ, ਦਾਰੂ ਨਾਮ ਲਿਆ। ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਚਖਣਾ ਚਾਕ। ਇਹ ਉਪਦੇਸ਼ ਜੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕਮਾਵਾਂਗੇ ਤਾਂ ਮਨ ਨਿਰਮਲ ਹੋਵੇਗਾ। ਪਰ ਸਾਡੇ ਰੋਜ਼ਾਨਾ ਜੀਵਨ ਦਾ ਰਵੱਈਆ ਇਸ ਦੇ ਐਨ ਉਲਟ ਦਿਖਾਈ ਦੇ ਰਿਹਾ ਹੈ। ਕਿਉਂ? ਕਿਉਂਕਿ ਇਹਨਾਂ ਗੁਣਾਂ ਤੇ ਸਾਡਾ ਅੰਤਸ਼ਕਰਨ ਸਾਨੂੰ ਟਿਕਣ ਨਹੀਂ ਦਿੰਦਾ, ਉਹ ਰੁਕਾਵਟ ਪਾਉਂਦਾ ਹੈ। ਜੇ ਅੱਜ ਫੈਸਲਾ ਕਰ ਲਿਆ ਕਿ ਕਿਸੇ ਨਾਲ ਈਰਖਾ ਨਹੀਂ ਕਰਨੀ, ਜਦੋਂ ਹਵਾੜ ਨਿਕਲਦੀ ਹੈ ਕਰ ਬੈਠਦੇ ਹਾਂ। ਸੰਗਤ ਦੇ ਅਸਰ ਹੇਠ ਫੈਸਲਾ ਕਰਦੇ ਹਾਂ ਅੱਜ ਤੋਂ ਬਾਅਦ ਕ੍ਰੋਧ ਨਹੀਂ ਕਰਨਾ, ਜਦੋਂ ਕੋਈ ਅਜਿਹਾ ਇੰਸੀਡੈਂਟ ਬਣਦਾ ਹੈ ਅੰਦਰੋਂ ਹਵਾੜ ਨਿਕਲਦੀ ਹੈ ਕਰ ਬੈਠਦੇ ਹਾਂ। ਸੋ ਇਹਨਾਂ ਇਲਾਹੀ ਉਪਦੇਸ਼ਾਂ ਨੂੰ ਅਮਲੀ ਤੌਰ ਤੇ ਕਮਾਉਣ ਲਈ ਹੇਠ ਲਿਖੇ ਕੁਝ ਸੁਝਾਅ ਸਹਾਇਕ ਹੋ ਸਕਦੇ ਹਨ। ਮਹਾਂਪੁਰਖਾਂ ਨੇ ਅੰਤਸ਼ਕਰਨ ਜਿਹੜਾ ਇਹਨਾਂ ਗੁਣਾਂ ਤੇ ਟਿਕਣ ਨਹੀਂ ਦਿੰਦਾ, ਉਹਨਾਂ ਉਸ ਰੁਕਾਵਟ ਤੋਂ ਬਚਣ ਲਈ ਇੱਥੇ ਕੁਝ ਸੁਝਾਅ ਦਿੱਤੇ ਹਨ। ਜਦ ਕਦੇ ਈਰਖਾ, ਦੁਐਤ, ਕਾਮ, ਕ੍ਰੋਧ, ਲੋਭ, ਮੋਹ, ਘਿਰਨਾ, ਨਿੰਦਾ ਜਾਂ ਕੋਈ ਵੀ ਨੀਵੀਆਂ ਵਾਸ਼ਨਾਵਾਂ ਵਾਲੇ ਖਿਆਲ ਉਪਜਣ ਤਾਂ ਉਹਨਾਂ ਨੂੰ ਉਸੇ ਵੇਲੇ ਫੌਰਨ ਹੋ ਕੋਈ ਨਾ, ਫਿਰ ਕੀ ਹੋਇਆ, ਜਾਣ ਦੇ, ਛੱਡ ਪਰੇ ਕਹਿ ਕੇ ਭੁਲਾ ਕੇ ਕਿਸੇ ਹੋਰ ਉਚੇਰੇ ਫੁਰਨੇ ਵੱਲ ਧਿਆਨ ਕਰਕੇ ਆਪਣੇ ਚੇਤੇ ਵਿੱਚੋਂ ਉਸ ਮਲੀਨ ਕਲਪਨਾ ਨੂੰ ਮੇਟਣ ਦੀ ਕੋਸ਼ਿਸ਼ ਕਰੋ। ਇਹ ਤਰੀਕਾ ਕਿ ਜਦੋਂ ਵੀ ਨੀਵਾਂ ਖਿਆਲ ਆਵੇ, ਭਾਵੇਂ ਕਾਮ ਦਾ, ਭਾਵੇਂ ਕ੍ਰੋਧ ਦਾ, ਭਾਵੇਂ ਈਰਖਾ, ਦੁਐਤ ਦਾ, ਕਿਸੇ ਵੀ, ਉਸੇ ਸੈਕਿੰਡ ਕਹੋ ਕੋਈ ਨਹੀਂ, ਜਾਣ ਦਿਓ, ਛੱਡ ਪਰੇ। ਤੇ ਜੇ ਫਿਰ ਵੀ ਨੀਵੇਂ ਖਿਆਲ ਜਾਂ ਨੀਵੀਆਂ ਰੁਚੀਆਂ ਤੰਗ ਕਰਨ, ਜੇ ਕੋਈ ਨਾ ਕਹਿ ਕੇ ਜਾਂ ਫਿਰ ਕੀ ਹੋਇਆ ਨਾਲੋਂ ਨਾ ਜਾਣ, ਦੂਰ ਨਾ ਹੋਣ, ਫਿਰ ਕੀ ਕਰੀਏ? ਜੇ ਫਿਰ ਤੰਗ ਕਰਨ ਤਾਂ ਫਿਰ ਗੁਰਬਾਣੀ ਦਾ ਪਾਠ ਅਤੇ ਕੀਰਤਨ ਕਰੋ ਜਾਂ ਸੁਣੋ, ਧਿਆਨ ਉਸ ਪਾਸੇ ਲਾਓ। ਗੁਰਬਾਣੀ ਦਾ ਪਾਠ ਅਤੇ ਕੀਰਤਨ ਕਰੋ ਜਾਂ ਸੁਣੋ। ਫਿਰ ਉੱਚੀ ਉੱਚੀ ਵਾਹਿਗੁਰੂ 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 ਮੰਤਰ ਦਾ ਜਾਪ ਕਰੋ, ਜਾਂ ਫਿਰ ਉੱਚੀਆਂ ਪਿਆਰ ਤੇ ਸ਼ਰਧਾ ਭਾਵਨੀਆਂ ਵਾਲੀਆਂ ਸਾਖੀਆਂ ਪੜੋ ਜਾਂ ਸੁਣੋ, ਜਾਂ ਫਿਰ ਭੱਜ ਕੇ ਗੁਰਮੁਖ ਪਿਆਰਿਆਂ ਕੋਲ ਜਾ ਕੇ ਸੰਗਤ ਕਰੋ, ਜਾਂ ਫਿਰ ਗੁਰਮਤਿ ਦੀਆਂ ਲਿਖਤਾਂ, ਪੁਸਤਕਾਂ ਤੇ ਗ੍ਰੰਥ ਪੜੋ, ਜਾਂ ਫਿਰ ਉੱਚੀ ਸੁੱਚੀ ਸੇਵਾ ਵਿੱਚ ਰੁੱਝ ਜਾਓ। ਪਰ ਜ਼ਰੂਰੀ ਨੁਕਤਾ ਇਹ ਹੈ ਕਿ ਨੀਵੀਂ ਰੁਚੀ ਵਾਲੇ ਸੰਕਲਪ ਜਾਂ ਖਿਆਲ ਨੂੰ ਜੇ ਉਸੇ ਵੇਲੇ ਫੌਰਨ ਟਾਲਿਆ ਨਾ ਗਿਆ, ਭੁਲਾਇਆ ਨਾ ਗਿਆ, ਮਨ ਦੀ ਫੱਟੀ ਤੋਂ ਮੇਟਿਆ ਨਾ ਗਿਆ, ਤਾਂ ਇਹ ਨੀਵਾਂ ਸੰਕਲਪ ਜਾਂ ਖਿਆਲ ਸਾਡੇ ਮਨ ਵਿੱਚ ਮੁੜ ਯਾਦ ਆਵੇਗਾ। ਧਿਆਨ ਦੇਣਾ ਜੀ, ਪਿੱਛੇ ਅਸੀਂ ਪੜ੍ਹਿਆ ਨੀਵੀਆਂ ਰੁਚੀਆਂ ਨੂੰ ਜਦੋਂ ਮੁੜ ਯਾਦ ਕਰਦੇ ਹੋ, ਪਰਬਲ ਹੁੰਦੇ ਹਨ, ਅੰਤਸ਼ਕਰਨ ਦੱਸਦੇ ਹਨ, ਉਹ ਜੇ ਸਾਡੇ ਭਾਗ ਬਣਦੇ ਹਨ, ਫਿਰ ਮੱਲੋ ਮੱਲੀ ਉਹ ਜੇ ਮਲੀਨ ਕਰਮ ਸਾਡੇ ਕੋਲੋਂ ਕਰਵਾਉਂਦੇ ਹਨ। ਇਹ ਤਾਂ ਜੇ ਮਨ ਦੀ ਰੁਚੀ ਨੂੰ ਨਿਰਮਲ ਰੱਖਣੇ ਤਾਂ ਸਕਿੰਟਾਂ ਦੀ ਖੇਡ ਹੈ।
ਉਸੇ ਵੇਲੇ ਖਿਆਲ ਆਇਆ, ਉਸੇ ਵੇਲੇ ਚਲੋ ਕੋਈ ਨਾ ਕਹਿ ਕੇ ਭੁਲਾ ਦਿੱਤਾ। ਜੇ ਫਿਰ ਤੰਗ ਕਰੇ, ਗੁਰਬਾਣੀ ਦਾ ਪਾਠ ਕਰੋ ਤੇ ਕੀਰਤਨ ਕਰੋ ਜਾਂ ਸੁਣੋ, ਜਾਂ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰੋ, ਜਾਂ ਉੱਚੀਆਂ ਪਿਆਰ ਵਾਲੀਆਂ ਸ਼ਰਧਾ ਭਾਵਨੀ ਦੀਆਂ ਸਾਖੀਆਂ ਪੜ੍ਹੋ, ਜਾਂ ਭੱਜ ਕੇ ਗੁਰਮੁਖ ਪਿਆਰਿਆਂ ਕੋਲ ਜਾਓ, ਜਾਂ ਉੱਤਮ ਗ੍ਰੰਥ ਲਿਖਤ ਅਤੇ ਪੁਸਤਕਾਂ ਪੜ੍ਹੋ, ਉੱਚੀ ਸੁੱਚੀ ਸੇਵਾ ਵਿੱਚ ਰੁੱਝ ਜਾਓ। ਪਰ ਜ਼ਰੂਰੀ ਨੁਕਤਾ ਇਹ ਹੈ ਕਿ ਨੀਵੀਂ ਰੁਚੀ ਵਾਲੇ ਉਸ ਸੰਕਲਪ ਨੂੰ, ਮਾੜੇ ਜੇ ਸੰਕਲਪ ਜਾਂ ਖਿਆਲ ਨੂੰ ਉਸੇ ਵੇਲੇ ਫੌਰਨ, ਉਸੇ ਸੈਕਿੰਡ ਵਿੱਚ ਜੇ ਟਾਲਿਆ ਨਾ ਗਿਆ, ਜੇ ਭੁਲਾਇਆ ਨਾ ਗਿਆ, ਜੇ ਮਨ ਦੀ ਫੱਟੀ ਤੋਂ ਮੇਟਿਆ ਨਾ ਗਿਆ, ਤਾਂ ਇਹ ਨੀਵਾਂ ਸੰਕਲਪ ਜਾਂ ਖਿਆਲ ਸਾਡੇ ਮਨ ਵਿੱਚ ਫਿਰ ਮੁੜ ਮੁੜ ਯਾਦ ਆਵੇਗਾ, ਘੋਟਿਆ ਜਾਵੇਗਾ, ਅਭਿਆਸ ਹੁੰਦਾ ਜਾਵੇਗਾ, ਫਿਰ ਅੰਤਸ਼ਕਰਣ ਵਿੱਚ ਧਸਵਸ ਰਸ ਜਾਵੇਗਾ, ਫਿਰ ਇਸ ਗਿਲਾਨੀ ਦਾ ਜ਼ਹਿਰ ਵੱਧਦਾ ਜਾਵੇਗਾ, ਫਿਰ ਅੰਦਰਲੀ ਗੁੱਜੀ ਅੱਗ ਵਿੱਚ ਸੜਦੇ ਬਲਦੇ ਰਵਾਂਗੇ, ਫਿਰ ਅਵਸ਼ ਤੇ ਸਹਿਜੇ ਹੀ ਪਾਪ ਹੁੰਦੇ ਰਹਿਣਗੇ, ਫਿਰ ਉੱਚੀ ਸੁੱਚੀ ਭਾਵਨਾ ਤੋਂ ਕੋਰੇ ਤੇ ਮਨੂਰ ਹੋ ਜਾਵਾਂਗੇ, ਫਿਰ ਜਮਾ ਦੇ ਵਸ ਪੈ ਜਾਵਾਂਗੇ ਤੇ ਆਪਣਾ ਲੋਕ ਪਰਲੋਕ ਅਜਾਈ ਗਵਾ ਕੇ ਆਵਾਗਮਨ ਦੇ ਚੱਕਰ ਵਿੱਚ ਪਏ ਫਿਰਾਂਗੇ। ਇਸੇ ਕਰਕੇ ਗੁਰਬਾਣੀ ਵਿੱਚ ਸਾਨੂੰ ਇਉਂ ਤਾੜਨਾ ਕੀਤੀ ਗਈ ਹੈ, ਦੁੱਖ ਤਾਂ ਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬਹੁ ਬਿਤ ਆਵੇ, ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ। ਕੋਟ ਬਿਗਨ ਤਿਸ ਲਾਗ ਤੇ ਜਿਸ ਨੂੰ ਵਿਸਰੈ ਨਾ, ਆਸਾ ਮਨਸਾ ਬੰਦਨੀ ਭਾਈ, ਕਰਮ ਧਰਮ ਬੰਦਕਾਰੀ, ਨਾਨਕ ਵਿਣ ਨਾਮੈ ਆਲੂ ਦਿਆ ਜਿੱਤੀ ਹੋਰ ਖਿਆਲ। ਹਾਂਜੀ, ਨਾਨਕ ਵਿਣ ਨਾਮੈ ਆਲੂ ਦਿਆ ਜਿੱਤੀ ਹੋਰ ਖਿਆਲ, ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ, ਨਾਨਕ ਜੰਪੁਰ ਬੱਧੇ ਮਾਰੀਐ ਜੋ ਸੰਨੀ ਉਪਰ ਚੋਰ। ਗੁਰਬਾਣੀ ਵਿਚਾਰ ਲੇਖ ਨੰਬਰ 99, ਪਾਪ ਪੁੰਨ ਭਾਗ ਦੂਜਾ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਹ ਵਿਚਾਰਾਂ ਮਹਾਂਪੁਰਖਾਂ ਨੇ ਲਿਖੀਆਂ ਹਨ। ਸਾਡੇ ਜੀਵਨ ਨੂੰ ਉੱਚਾ ਬਣਾਉਣ ਲਈ ਪਾਪ ਪੁੰਨ ਦੇ ਵਿਸ਼ੇ 'ਤੇ ਆਪ ਜੀ ਨੇ 2 ਲੇਖ ਲਿਖੇ ਹਨ, ਪਰ ਇਹ ਹਾਲੇ ਬੜਾ ਸੰਖੇਪ ਹੈ। ਜੇ ਇਸ ਦਾ ਵਿਸਥਾਰ ਕਿਸੇ ਨੇ ਸਮਝਣਾ ਹੋਵੇ ਤਾਂ ਫਿਰ ਮਹਾਂਪੁਰਖਾਂ ਨੇ ਮਨ ਕਿਸ ਤਰ੍ਹਾਂ ਵਸ ਆਉਂਦਾ ਹੈ, ਉਸ ਦੇ ਉੱਤੇ ਉਹਨਾਂ ਦੀਆਂ ਕੈਸਟਾਂ ਨੇ। CD ਨੰਬਰ 2 19, ਜਾਂ ਜਿਨ੍ਹਾਂ ਨੇ ਕੈਸਟਾਂ ਲੈਣੀਆਂ 19A 19B 20A 20B 21A 21B, ਯਾਨੀ 45 ਜਾਂ ਅੱਧੇ ਘੰਟੇ ਦੀਆਂ 6 ਕੈਸਟਾਂ। ਇੰਨਾ ਲੰਮਾ ਇਹ ਪ੍ਰੋਸੈਸ ਹੈ ਜਿਹੜਾ ਉਹਨਾਂ ਨੇ ਦੱਸਿਆ ਹੈ ਮਨ ਨੂੰ ਵਸ ਕਰਨ ਦਾ। ਸੋ ਸੰਗਤਾਂ ਦੇ ਚਰਨਾਂ ਸਿਨਮਰ ਬੇਨਤੀ ਹੈ ਕਿ ਇਹ ਕੈਸਟ ਜ਼ਰੂਰ ਲੈ ਕੇ ਜਾਓ, ਮਨ ਨੂੰ ਵਸ ਕਰਨ ਵਾਲੀ, ਤੇ ਲਿਖਤਾਂ ਵੀ ਲੈ ਕੇ ਜਾਓ, ਕਿਉਂਕਿ ਹੁਣ ਸਮਾਗਮ ਖਤਮ ਹੋਣ ਵਾਲਾ ਹੈ, 2-1 ਦਿਨ ਹੋਰ ਰਹਿ ਗਏ ਹਨ। ਉਸ ਤੋਂ ਬਾਅਦ 3 ਮਹੀਨੇ ਆਪਣੇ ਮਨ ਨੂੰ ਨਿਰਮਲ ਰੱਖਣਾ ਹੈ। ਇਹਨਾਂ ਮਹਾਂਪੁਰਖਾਂ ਦੀਆਂ ਲੇਖਣੀਆਂ ਦੇ ਆਸਰੇ ਰੱਖ ਸਕਦੇ। ਸੋ ਜਿਨ੍ਹਾਂ ਕੋਲ ਲੇਖਣੀਆਂ ਨਹੀਂ ਹਨ, ਕਿਰਪਾ ਕਰਕੇ 132 ਲਿਖਤਾਂ ਹਨ ਅਲੱਗ-ਅਲੱਗ ਵਿਸ਼ਿਆਂ ਤੇ, ਉਹ ਲਿਜਾਣ ਦੀ ਕਿਰਪਾਲਤਾ ਕਰੋ। ਇੱਕ CD ਲਿਜਾਓ ਜੀ ਮਹਾਂਪੁਰਖਾਂ ਦੇ ਬਚਨਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ